ਆਨੰਦ ਬਾਣੀ ਨੂੰ ਕੇਂਦਰ ਵਿੱਚ ਰੱਖ ਕੇ ਆਪ ਨਾਲ ਅਜੋਕੇ ਮਸਲਿਆਂ ਬਾਰੇ ਸੰਖੇਪ ਵਿੱਚ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗਾ। ਜਿਵੇਂ ਤੁਸੀਂ ਜਾਣਦੇ ਹੋ ਕਿ ਰਾਮਕਲੀ ਰਾਗ ਮਹੱਲਾ ਤੀਜਾ ਆਨੰਦ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 917 ਤੋਂ 922 ਤੱਕ 40 ਪੌੜੀਆਂ ਵਿੱਚ ਦਰਜ ਹੈ। ਗੁਰੂ ਮਹਾਰਾਜ ਦੀ ਇਹ ਬਾਣੀ ਵਿਸ਼ੇਸ਼ ਕਰਕੇ ਅਸੀਂ ਜਦੋਂ ਅਸੀਂ ਆਨੰਦ ਸਾਹਿਬ ਦੇ ਪਾਠ ਦੀ ਗੱਲ ਕਰਦੇ ਹਾਂ ਤਾਂ ਅਸੀਂ ਨਿਤ ਕਰਦੇ ਹਾਂ ਇਸ ਬਾਣੀ ਦਾ ਪਾਠ ਤੇ ਸੁਣਦੇ ਹਾਂ। ਇਹ ਬਾਣੀ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਪਾਠ ਅਤੇ ਕੀਰਤਨ ਦੀ ਸਮਾਪਤੀ ਸਮੇਂ ਵੀ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਪਾਠ ਕੀਤਾ ਜਾਂਦਾ ਹੈ ਔਰ ਇਸ ਬਾਣੀ ਦੇ ਸਰਲੇਖ ਤੋਂ ਹੀ ਪਾਠਕ ਸਮਝ ਆਉਂਦਾ ਹੈ ਕਿ ਗੁਰੂ ਜੀ ਆਨੰਦ ਪ੍ਰਾਪਤੀ ਦਾ ਅਨੁਭਵ ਸਾਂਝਾ ਕਰਦੇ ਹਨ। ਸੋ ਇਸ ਬਾਣੀ ਦਾ ਜਿਹੜਾ ਮਹੱਤਵ ਹੈ ਸਾਡੇ ਲਈ, ਕਿਉਂਕਿ ਮੈਂ ਧਰਮ ਦਾ ਵਿਦਿਆਰਥੀ ਹਾਂ, ਜੇਕਰ ਅਸੀਂ ਰਿਲੀਜੀਅਸ ਐਕਸਪੀਰੀਅੰਸ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਧਾਰਮਿਕ ਜਾਂ ਆਤਮਿਕ ਅਨੁਭਵ ਦੇ ਸਿਧਾਂਤਾਂ ਦੇ ਪ੍ਰਸੰਗ ਦੇ ਵਿੱਚ ਇਸ ਬਾਣੀ ਦਾ ਜੇਕਰ ਅਧਿਐਨ ਕਰੀਏ ਤਾਂ ਇਹ ਬਾਣੀ ਨਿੱਜੀ ਅਤੇ ਸਮਾਜਿਕ ਜੀਵਨ ਦੇ ਵਿੱਚ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਔਰ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਹਵਾਲੇ ਨਾਲ ਜੇਕਰ ਅਸੀਂ ਅਜੋਕੇ ਮਨੁੱਖ ਦੇ ਜੀਵਨ ਅਤੇ ਉਸ ਦੀਆਂ ਗਤੀਵਿਧੀਆਂ ਦਾ ਮੁਲਾਂਕਣ ਕਰਨ ਦਾ ਯਤਨ ਕਰੀਏ ਤਾਂ ਸਹਿਜੇ ਹੀ ਇਹ ਪਤਾ ਲੱਗੇਗਾ ਕਿ ਅੱਜ ਦਾ ਮਨੁੱਖ ਆਪਣੇ ਮੂਲ ਦੇ ਨਾਲੋਂ ਭਟਕ ਗਿਆ ਹੈ। ਮਨੁੱਖ ਦੇ ਆਪਣੇ ਮੂਲ ਦੇ ਨਾਲੋਂ ਭਟਕਣ ਕਰਕੇ ਉਹ ਆਪਣੇ ਜੀਵਨ ਦੇ ਉਦੇਸ਼ ਅਤੇ ਜੀਵਨ ਦੇ ਅਰਥ ਨਹੀਂ ਸਮਝ ਰਿਹਾ, ਜਿਸ ਕਰਕੇ ਅੱਜ ਨਾ ਕੇਵਲ ਸਾਡੇ ਆਪਣੇ ਰਾਜ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਹਰ ਰੋਜ਼ ਅਸੀਂ ਅਖਬਾਰਾਂ ਦੇ ਰਾਹੀਂ ਜਾਂ ਮੀਡੀਆ ਦੇ ਰਾਹੀਂ ਬਹੁਤ ਦੁਖਦਾਇਕ ਖਬਰਾਂ ਪੜ੍ਹਦੇ ਹਾਂ। ਜਿਵੇਂ ਨਸ਼ਿਆਂ ਦੇ ਨਾਲ ਨੌਜਵਾਨ ਆਏ ਦਿਨ 2-4 ਮਰ ਜਾਂਦੇ ਨੇ, ਆਤਮ ਹੱਤਿਆ ਹੋ ਰਹੀ ਹੈ, ਜਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚੀ ਅੱਗ ਦੇ ਵਿੱਚ ਜਿੰਦਾ ਸੜ ਗਈ ਹੈ, ਛੋਟੀ ਬੱਚੀ। ਤੇ ਜੇ ਆਪਾਂ ਪੰਜਾਬ ਤੋਂ ਮੁਲਕ ਦੇ ਵਿੱਚ ਚੱਲੀਏ ਤਾਂ ਸਾਡੇ ਮੁਲਕ ਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹ ਵੀ ਬਹੁਤ ਚੰਗੀਆਂ ਨਹੀਂ। ਤੇ ਮੁਲਕ ਤੋਂ ਜਦੋਂ ਅਸੀਂ ਦੁਨੀਆ ਦੇ ਵਿੱਚ ਦੇਖਾਂਗੇ ਤਾਂ ਦੁਨੀਆ ਪੱਧਰ ਤੇ ਇੱਕ ਜੰਗ ਦਾ ਮਾਹੌਲ ਬਣਿਆ ਹੋਇਆ, ਯੂਕਰੇਨ ਤੇ ਰਸ਼ੀਆ ਦੇ ਵਿੱਚ ਜੰਗ ਦੇ ਨਾਲ, ਜਾਂ ਫਿਰ ਇਲਾਜ ਬਿਮਾਰੀਆਂ ਕਰੋਨਾ ਕੋਵਿਡ ਦੇ ਸੰਕਟ ਦੇ ਵਿੱਚ ਅਸੀਂ ਹੁਣ ਲੰਘ ਕੇ ਹਟੇ ਹਾਂ। ਤੇ ਇਸ ਤੋਂ ਇਲਾਵਾ ਹੋਰ ਬਹੁਤ ਅਜਿਹੀਆਂ ਗੰਭੀਰ ਬਿਮਾਰੀਆਂ ਦੇ ਨਾਲ ਅੱਜ ਦਾ ਮਨੁੱਖ ਜੂਝ ਰਿਹਾ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਸਾਡੀ ਬੇਚੈਨੀ ਹੈ, ਟੈਨਸ਼ਨ ਹੈ, ਅਸ਼ਾਂਤੀ ਹੈ ਜਾਂ ਐਗਜ਼ਾਈਟੀ ਹੈ। ਮੈਂ ਕਈ ਵਾਰੀ ਆਪਣੇ ਵਿਦਿਆਰਥੀਆਂ ਦੇ ਨਾਲ ਗੱਲ ਕਰਦਾ ਹੁੰਦਾ ਕਿ ਜਦੋਂ ਅਸੀਂ ਆਪਣੇ ਕਿਸੇ ਬਜ਼ੁਰਗ ਮਾਂ ਪਿਓ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਤਾਂ ਡਾਕਟਰ ਉਹਨਾਂ ਨੂੰ ਟ੍ਰੀਟਮੈਂਟ ਦਵਾਈਆਂ ਦੇਣ ਤੋਂ ਬਾਅਦ ਫਿਰ ਇੱਕ ਗੱਲ ਕਹਿੰਦਾ ਹੈ ਕਿ ਤੁਸੀਂ ਇਹਨਾਂ ਨੂੰ ਕਹੋ, ਜਾਂ ਪੇਸ਼ੈਂਟ ਨੂੰ ਵੀ ਸਮਝਾਉਂਦਾ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ ਜਾਂ ਟੈਨਸ਼ਨ ਨਾ ਲੈਣੀ, ਸ਼ਾਂਤ ਰਹਿਣਾ। ਇਹ ਟੈਨਸ਼ਨ ਦੀ ਕੋਈ ਦਵਾਈ ਨਹੀਂ ਹੈ। ਜੇ ਆਪਾਂ ਟੈਨਸ਼ਨ ਦੀ ਦਵਾਈ ਦੀ ਗੱਲ ਕਰੀਏ ਤਾਂ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ ਇਹ ਸਾਡੀਆਂ ਹਰ ਕਿਸਮ ਦੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ। ਇੱਥੋਂ ਤੱਕ ਕਿ ਮਨੁੱਖ ਦੇ ਸਾਹਮਣੇ ਜਿਹੜੀਆਂ ਮੈਂ ਸਮੱਸਿਆਵਾਂ, ਕਿਉਂਕਿ ਸਮਾਂ ਘੱਟ ਸੀ, ਬਹੁਤੀ ਮੈਂ ਡਿਟੇਲ ਦੇ ਵਿੱਚ ਨਹੀਂ ਗਿਆ, ਇਹਨਾਂ ਦਾ ਜੇਕਰ ਸਮਾਧਾਨ ਦੇਖਣਾ ਹੋਵੇ ਜਾਂ ਸਮਝਣਾ ਹੋਵੇ ਤੇ ਅਸੀਂ ਗੁਰੂ ਮਹਾਰਾਜ ਦੀ ਆਨੰਦ ਬਾਣੀ ਦੇ ਨਾਲ ਆਪਣੇ ਜੀਵਨ ਨੂੰ ਵਿਉਂਤ ਲਈਏ ਤਾਂ ਸਾਡੇ ਰਾਜ ਦੀਆਂ, ਸਾਡੇ ਦੇਸ਼ ਦੀਆਂ ਔਰ ਸੰਸਾਰ ਦੀਆਂ ਸਮੱਸਿਆਵਾਂ ਦਾ ਬਦਲ, ਅਲਟਰਨੇਟਿਵ ਲੱਭਿਆ ਜਾ ਸਕਦਾ ਹੈ। ਸੋ ਜਦੋਂ ਅਸੀਂ ਸੰਖੇਪ ਦੇ ਵਿੱਚ ਗੱਲ ਕਰਾਂਗੇ ਕਿ ਜਿਹੜਾ ਜੀਵਨ ਹੈ, ਜਿਹੜੀ ਇਹਦੇ ਵਿੱਚ ਪ੍ਰੋਬਲਮਸ ਕਿਉਂ ਨੇ, ਪ੍ਰੋਬਲਮ ਇਸ ਕਰਕੇ ਨੇ ਕਿ ਜਿਹੜਾ ਅਸੀਂ ਜੀਵਨ ਹੰਢਾ ਰਹੇ ਹਾਂ ਇਹ ਆਧੁਨਿਕਤਾ ਦੇ ਜਿਹੜਾ ਮਾਡਲ ਦੇ ਨਾਲ ਵਿਉਂਤਿਆ ਗਿਆ। ਆਧੁਨਿਕਤਾ ਨੇ ਬੇਸ਼ੱਕ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਲਿਆਂਦੀਆਂ ਨੇ, ਜਾਂ ਅਸੀਂ ਇਹ ਗੱਲ ਕਰੀਏ ਕਿ ਤਕਨੀਕ ਤੇ ਪਦਾਰਥਿਕ ਉੱਨਤੀ ਦੇ ਨਤੀਜੇ ਵਜੋਂ ਜੀਵਨ ਦਾ ਜਿਹੜਾ ਇੱਕ ਪੱਖ ਹੈ, ਜੇ ਆਪਾਂ ਗੱਲ ਕਰੀਏ ਕਿ ਪਦਾਰਥ ਮਟੀਰੀਅਲਿਸਟਿਕ ਪੱਖ ਤੋਂ ਪਦਾਰਥਿਕ ਤੌਰ ਤੇ ਮਨੁੱਖ ਨੇ ਬੇਹੱਦ ਤਰੱਕੀ ਕੀਤੀ ਹੈ। ਔਰ ਜੇਕਰ ਅਸੀਂ ਸੁੱਖ ਸਹੂਲਤਾਂ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ
ਤਨ ਦੀਆਂ ਜਿਹੜੀਆਂ ਸਹੂਲਤਾਂ ਅਸੀਂ ਬਹੁਤ ਪੈਦਾ ਕਰ ਲਈਆਂ ਨੇ। ਸਰੀਰਕ ਤੌਰ ਤੇ ਮਨੁੱਖ ਸੁਖੀ ਹੈ, ਸੁੱਖ ਆਰਾਮ ਦੀ ਲਈ ਟੈਕਨੋਲੋਜੀ ਸਾਡੀ ਮਦਦ ਕਰ ਰਹੀ ਹੈ। ਤੇ ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਟੈਕਨੋਲੋਜੀ ਜੀਵਨ ਦੇ ਵਿੱਚ ਇਹਦਾ ਫਾਇਦਾ ਨਹੀਂ ਲੈਣਾ ਚਾਹੀਦਾ, ਤੇ ਫਾਇਦਾ ਲੈਣਾ ਚਾਹੀਦਾ, ਪਰੰਤੂ ਜਦੋਂ ਅਸੀਂ ਦੂਸਰੇ ਪਾਸੇ ਦੇਖਾਂਗੇ ਕਿ ਜਿਸ ਲੈਵਲ ਤੇ ਮਨੁੱਖ ਨੇ ਪਦਾਰਥਿਕ ਖੇਤਰ ਦੇ ਵਿੱਚ ਉੱਨਤੀ ਕੀਤੀ ਹੈ, ਉਤਨੀ ਉੱਨਤੀ ਜਾਂ ਉਸ ਤਰ੍ਹਾਂ ਦੀ ਉੱਨਤੀ ਅਸੀਂ ਅਧਿਆਤਮਕ ਜਾਂ ਆਤਮਿਕ ਪੱਖ ਤੋਂ ਨਹੀਂ ਕੀਤੀ। ਇਹਦਾ ਨਤੀਜਾ ਕੀ ਹੋਇਆ? ਨਤੀਜਾ ਸੰਖੇਪ ਦੇ ਵਿੱਚ ਗੱਲ ਕਰਨੀ ਹੋਵੇ ਕਿ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਈਜ਼ੀ ਹੋ ਗਿਆ ਤੇ ਉਸ ਦਾ ਮਾਈਂਡ ਹੈ ਬਿਜੀ ਹੋ ਗਿਆ। ਤੇ ਪੰਜਾਬੀ 'ਚ ਆਪਾਂ ਗੱਲ ਕਰੀਏ ਕਿ ਜੇਕਰ ਸਾਡਾ ਸਰੀਰ ਹੈ ਉਹ ਸੁਖੀ ਹੈ ਤੇ ਮਨ ਦੁਖੀ ਹੈ। ਸਰੀਰ ਔਰ ਮਨ, ਤਨ ਤੇ ਮਨ ਦੇ ਵਿੱਚ ਜਿਹੜਾ ਤਵਾਜ਼ਨ ਵਿਗੜ ਚੁੱਕਿਆ, ਇਹ ਤਵਾਜ਼ਨ ਕਿਸ ਤਰ੍ਹਾਂ ਬਣੇ? ਇਹਦੇ ਲਈ ਵੱਖ-ਵੱਖ ਜਿਹੜੇ ਵਿਦਵਾਨ ਨੇ ਸਾਨੂੰ ਜਿਹੜਾ ਮਾਡਲ ਦਿੰਦੇ ਨੇ ਕਿ ਜੀਵਨ ਨੂੰ ਸੁਖੀ ਰੱਖਣ ਦੇ ਲਈ ਕੀ ਹੋ ਸਕਦਾ, ਕਿ ਦੁਖੀ ਮਨ ਨੂੰ ਸ਼ਾਂਤ ਕਿਵੇਂ ਕੀਤਾ ਜਾਵੇ। ਜਿਹੜੀ ਅਸ਼ਾਂਤੀ ਹੈ ਇਹਦੇ ਤੋਂ ਇਹਦਾ ਅਲਟਰਨੇਟਿਵ ਕੀ ਹੈ? ਤੇ ਅਜੋਕੇ ਸਮੇਂ ਦੇ ਵਿੱਚ ਜਿਹੜੀ ਬੇਚੈਨੀ ਤੇ ਉਪਰਾਮਤਾ ਜਾਂ ਟਕਰਾਅ ਮਨੁੱਖ ਦੀ ਚਿੰਤਾ ਦੇ ਕਾਰਨ ਨੇ। ਔਰ ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰੀਏ ਕਿ ਖੁਸ਼ੀ, ਜੇ ਰਿਲੀਜੀਅਸ ਐਕਸਪੀਰੀਅੰਸ ਦੇ ਥਿੰਕਰ ਵਿਲੀਅਮ ਜੇਮਸ ਦੀ ਬੁੱਕ ਦਾ ਵੈਰਾਈਟੀਜ਼ ਆਫ ਰਿਲੀਜੀਅਸ ਐਕਸਪੀਰੀਅੰਸ ਦੇ ਵਿੱਚ ਉਹ ਇੱਕ ਗੱਲ ਕਹਿੰਦਾ ਕਿ ਜਦੋਂ ਆਤਮਿਕ ਖੁਸ਼ੀ ਹੈ ਉਹ ਬੜੀ ਟੈਂਪਰੇਰੀਲੀ ਹੁੰਦੀ ਹੈ, ਥੋੜੇ ਸਮੇਂ ਦੇ ਲਈ ਹੁੰਦੀ ਹੈ। ਭਾਵ ਕਿ ਮਨੁੱਖ ਦੀ ਜਿਹੜੀ ਖੁਸ਼ੀ ਹੈ, ਪਹਿਲੀ ਗੱਲ ਉਹਦੀ ਕੋਈ ਸੀਮਾ ਨਹੀਂ ਹੈ, ਦੂਸਰਾ ਉਸਦਾ ਕੋਈ ਟਿਕਾਣਾ ਨਹੀਂ ਹੈ। ਅਸੀਂ ਅੱਜ ਇਹ ਗੱਲ ਜਾਂ ਇਸ ਪੱਖ ਤੋਂ ਗੁਰੂ ਮਹਾਰਾਜ ਦੀ ਬਾਣੀ ਆਨੰਦ ਸਾਹਿਬ ਤੋਂ ਸੇਧ ਲੈ ਕੇ ਜਿਹੜੀਆਂ ਬਾਣੀ ਦੀਆਂ ਪਵਿੱਤਰ ਅੰਤਰ ਦ੍ਰਿਸ਼ਟੀਆਂ ਨੇ ਉਹਦੇ ਨਾਲ ਅਜੋਕੇ ਜੀਵਨ ਦੇ ਵਿੱਚ ਮਨ ਤਨ ਨੂੰ ਅਸੀਂ ਸ਼ਾਂਤ ਤੇ ਸੁਖੀ ਰੱਖ ਸਕਦੇ ਹਾਂ। ਜੇ ਆਪਾਂ ਇੱਕ ਮਾਡਲ ਦੀ ਗੱਲ ਕਰੀਏ ਕਿ ਜਿਹੜਾ ਮਨ ਅਤੇ ਤਨ ਨੂੰ ਸੁਖੀ ਰੱਖਣ ਦੇ ਲਈ ਕੀ ਹੈ, ਤੇ ਪਹਿਲੀ ਗੱਲ ਤਾਂ ਮਨ ਦਾ ਸੰਬੰਧ ਹੈਗਾ ਖੁਸ਼ੀ ਦੇ ਨਾਲ ਤੇ ਤਨ ਦਾ ਸੰਬੰਧ ਹੈਗਾ ਸ਼ਾਂਤੀ ਦੇ ਨਾਲ। ਖੁਸ਼ੀ ਅਤੇ ਸ਼ਾਂਤੀ ਦੇ ਨਾਲ ਮਨੁੱਖ ਨੂੰ ਸੁੱਖ ਮਿਲਦਾ ਹੈ। ਤੇ ਗੁਰੂ ਵਾਕ ਹੈ ਕਿ ਮਹਾ ਆਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ। ਤੇ ਮਨ ਅਤੇ ਤਨ ਨੂੰ ਜਿਹੜਾ ਸੁੱਖ ਪਾਉਣ ਦੇ ਲਈ ਗੁਰੂ ਅਮਰਦਾਸ ਜੀ ਦਾ ਜਿਹੜਾ ਜੀਵਨ ਅਨੁਭਵ, ਜਿਸ ਦੇ ਬਾਰੇ ਮੈਡਮ ਜਸਪ੍ਰੀਤ ਕੌਰ ਜੀ ਨੇ ਦੱਸਿਆ ਕਿ ਗੁਰੂ ਮਹਾਰਾਜ ਦੇ ਜੀਵਨ ਦੇ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਆਤਮਿਕ ਅਨੁਭਵ ਦੀ ਪ੍ਰਾਪਤੀ ਵਾਲਾ ਸੀ। ਇੱਕੋ ਹੀ ਘਟਨਾ ਕਿ ਜਦੋਂ ਗੁਰੂ ਮਹਾਰਾਜ ਬਾਸਰ ਕੇ ਚਲੇ ਜਾਂਦੇ ਨੇ ਤੇ ਇੱਕ ਕੋਠੇ ਦੇ ਵਿੱਚ ਬੈਠ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਜਦੋਂ ਬਾਬਾ ਬੁੱਢਾ ਜੀ ਲੈਣ ਜਾਂਦੇ ਨੇ ਤਾਂ ਗੁਰੂ ਮਹਾਰਾਜ ਦਾ ਉੱਥੇ ਲਿਖਿਆ ਸੀਗਾ ਕਿ ਕੋਈ ਦਰਵਾਜ਼ਾ ਨਾ ਖੋਲੇ। ਤੇ ਗੁਰੂ ਮਹਾਰਾਜ ਜੀ ਦੇ ਸਤਿਕਾਰ ਦੇ ਵਿੱਚ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਗੁਰੂ ਦੇ ਸਿੱਖ ਕੰਧ ਟੱਪ ਕੇ ਗਏ ਸੀ, ਕੰਧ ਦੇ ਵਿੱਚ ਪਾੜ ਪਾਇਆ ਤਾਂ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਸਾਡੇ ਜਿਹੜੀ ਸੰਗਤ ਦਾ ਆਧਾਰ ਕਰਨ ਦੇ ਲਈ ਤੁਸੀਂ ਸੰਗਤ ਦੇ ਵਿੱਚ ਆਓ। ਸੋ ਜਦੋਂ ਅਸੀਂ ਗੁਰੂ ਮਹਾਰਾਜ ਦੇ ਜੀਵਨ ਨੂੰ ਦੇਖਾਂਗੇ ਤਾਂ ਗੁਰੂ ਮਹਾਰਾਜ ਦਾ ਜੀਵਨ ਇੱਕ ਆਤਮਿਕ ਪ੍ਰਾਪਤੀ ਵਾਲਾ ਜੀਵਨ ਹੈ। ਗੁਰਬਾਣੀ ਸੁਣਨ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਆਪਣੇ ਜੀਵਨ ਦੇ ਵਿੱਚ ਕਿ ਉਹ ਕਿਸੇ ਗੁਰੂ ਦੀ ਭਾਲ ਦੇ ਵਿੱਚ ਸੀ ਤੇ ਜਦੋਂ ਉਹਨਾਂ ਨੂੰ ਗੁਰੂ ਮਿਲ ਜਾਂਦਾ ਤਾਂ ਉਹਨਾਂ ਦਾ ਮਨ ਟਕਾ ਦੀ ਅਵਸਥਾ ਦੇ ਵਿੱਚ ਆ ਜਾਂਦਾ। ਸੋ ਇਸੇ ਕਰਕੇ ਗੁਰੂ ਮਹਾਰਾਜ ਨੇ ਆਪਣੀ ਆਨੰਦ ਬਾਣੀ ਦਾ ਜਿਹੜਾ ਪਹਿਲੀ ਪੌੜੀ ਦੇ ਵਿੱਚ ਗੁਰੂ ਮਹਾਰਾਜ ਨੇ ਸਾਨੂੰ ਇਹ ਗੱਲ ਦੱਸੀ ਹੈ। ਜਿਸ ਤਰ੍ਹਾਂ ਅਸੀਂ ਪਾਠ ਕਰਦੇ ਹਾਂ ਤੇ ਹੁਣ ਵੀ ਸਾਨੂੰ ਥੋੜਾ ਬਾਣੀ ਦਾ ਪਾਠ ਕਰ ਲੈਣਾ ਚਾਹੀਦਾ ਕਿ ਗੁਰੂ ਮਹਾਰਾਜ ਸਾਨੂੰ ਦੱਸਦੇ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜਾ ਆਨੰਦ ਹੈ ਉਹ ਸਤਿਗੁਰੂ ਦੇ ਪਾਉਣ ਦੇ ਨਾਲ ਮਿਲਦਾ ਹੈ। ਆਨੰਦ ਤੇ ਖੁਸ਼ੀ ਦੇ ਵਿੱਚ ਫਰਕ ਇਹ ਹੈ, ਜਦੋਂ ਅਸੀਂ ਰਿਲੀਜੀਅਸ ਐਕਸਪੀਰੀਅੰਸ ਦੇ ਬਾਕੀ ਥਿੰਕਰਸ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਲਈ ਉਹ ਕੇਵਲ ਖੁਸ਼ੀ ਤੱਕ ਰੁਕ ਜਾਂਦੇ ਨੇ। ਖੁਸ਼ੀ ਬੇਸ਼ੱਕ ਟੈਂਪਰੇਰੀ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਇੱਕ ਚੀਜ਼ ਨੂੰ ਜਾਂ ਇੱਕ ਟਾਰਗੇਟ ਅਚੀਵ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਸ਼ਾਂਤੀ ਵੀ ਮਿਲਦੀ ਹੈ ਔਰ ਖੁਸ਼ੀ ਵੀ ਮਿਲਦੀ ਹੈ। ਉਸ ਤੋਂ ਬਾਅਦ ਫਿਰ ਅਸੀਂ ਅਗਲੇ ਜਿਹੜਾ ਪੜਾਅ ਦੇ ਲਈ
ਤਿਆਰੀ ਕਰਦੇ ਹਾਂ। ਸੋ ਗੁਰੂ ਮਹਾਰਾਜ ਨੇ ਸਾਨੂੰ ਖੁਸ਼ੀ ਤੋਂ ਅਗਲਾ ਮਾਡਲ ਆਨੰਦ ਦਾ ਦਿੱਤਾ ਹੈ। ਆਨੰਦ ਜਿਹੜਾ ਹੈ ਉਹ ਸਦਾ ਸਦੀਵੀ ਸਦਾ ਰਹਿਣ ਵਾਲਾ ਹੈ, ਤੇ ਸਦਾ ਰਹਿਣ ਵਾਲਾ ਆਨੰਦ ਸਾਨੂੰ ਕਿੱਥੋਂ ਮਿਲੇਗਾ? ਸਤਿਗੁਰ ਤੋਂ ਮਿਲੇਗਾ। ਸੋ ਇਸੇ ਕਰਕੇ ਗੁਰੂ ਮਹਾਰਾਜ ਨੇ ਅਗਲੀ ਪੌੜੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ, ਮਨ ਨੂੰ ਕਿਹਾ ਗਿਆ ਕਿ ਤੁਸੀਂ ਹਮੇਸ਼ਾ ਗੁਰੂ ਦੇ ਨਾਲ ਜੇਕਰ ਜੁੜੇ ਰਹੋਗੇ ਤਾਂ ਤੁਸੀਂ ਸਦਾ ਆਨੰਦ ਦੇ ਵਿੱਚ ਰਹੋਗੇ, ਤੇ ਮਨ ਨੂੰ ਕੋਈ ਜਿਹੜੇ ਕਿਸੇ ਕਿਸਮ ਦਾ ਜਿਹੜਾ ਦੁੱਖ ਹੈ ਉਹ ਨਹੀਂ ਲੱਗੇਗਾ। ਤੇ ਮਹਾਰਾਜ ਨੂੰ ਅੰਗੀਕਾਰ ਕਰਨਾ ਜਾਂ ਦੁੱਖਾਂ ਦਾ ਨਿਵਾਰਨ ਕਰਨਾ, ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਹਰ ਇਨਸਾਨ ਦੁਖੀ ਹੈ। ਮੈਂ ਵਿਦਿਆਰਥੀਆਂ ਦੀ ਵੀ ਗੱਲ ਕਰਾਂਗਾ, ਆਮ ਤੌਰ ਤੇ ਨੌਜਵਾਨਾਂ ਦੇ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ, ਪਰੰਤੂ ਅੱਜ ਕੱਲ ਨੌਜਵਾਨ ਤਾਂ ਕੀ ਬੱਚੇ ਵੀ ਆਪਣੇ ਆਪ ਨੂੰ ਕਹਿੰਦੇ ਆ ਕਿ ਮੈਂ ਟੈਨਸ਼ਨ ਦੇ ਵਿੱਚ ਆ, ਮੈਂ ਹੁਣ ਕੀ ਕਰਾਂ ਤੇ ਮੇਰੀ ਸਮੱਸਿਆ ਦਾ ਕੋਈ ਸਮਾਧਾਨ ਨਹੀਂ ਹੈ। ਸੋ ਗੁਰੂ ਮਹਾਰਾਜ ਨੇ ਸਾਨੂੰ ਸਾਡੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਸਤਿਗੁਰ ਦੇ ਨਾਲ ਜੁੜਨਾ ਹੈ, ਤੇ ਜੇਕਰ ਜਦੋਂ ਤੁਸੀਂ ਸਤਿਗੁਰ ਦੇ ਨਾਲ ਜੁੜੋਗੇ ਤਾਂ ਕੀ ਪ੍ਰਾਪਤੀ ਹੋਏਗੀ? ਕਿਉਂਕਿ ਗੁਰੂ ਮਹਾਰਾਜ ਕਹਿੰਦੇ ਕਿ ਉਹ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਸਭ ਕੁਝ ਹੈ, ਉਹ ਦਾਤਾਰ ਹੈ, ਦਾਤਾਂ ਦੇਣ ਵਾਲਾ ਹੈ, ਤੇ ਉਹਦੀ ਸਿਫਤ ਦੇ ਨਾਲ ਹੀ ਜਿਹੜੇ ਮਨ ਨੂੰ ਜਦੋਂ ਅਸੀਂ ਵਸਾਵਾਂਗੇ ਤਾਂ ਸਾਡੇ ਮਨ ਦੇ ਵਿੱਚ ਸ਼ਬਦ ਵਸੇਗਾ, ਤਾਂ ਸਾਡਾ ਮਨ ਖੁਸ਼ੀ ਦੇ ਵਿੱਚ ਜਾਂ ਆਨੰਦ ਦੀ ਅਵਸਥਾ ਦੇ ਵਿੱਚ ਆਏਗਾ। ਸੋ ਗੁਰੂ ਮਹਾਰਾਜ ਦੀ ਬਾਣੀ ਦੇ ਜੇਕਰ ਅਸੀਂ ਵਿਭਿੰਨ ਪੱਖਾਂ ਦੀ ਗੱਲ ਕਰੀਏ ਤਾਂ ਆਨੰਦ ਦੀ ਜਿਹੜੀ ਪ੍ਰਾਪਤੀ ਹੈ ਇਹ ਦਾ ਇੱਕੋ ਹੀ ਜਿਹੜਾ ਆਪਾਂ ਕਹੀਏ ਸੂਤਰ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਆਨੰਦ ਦੀ ਪ੍ਰਾਪਤੀ ਦੇ ਲਈ ਮਹਾਰਾਜ ਕਹਿੰਦੇ ਸਾਨੂੰ ਸੰਪੂਰਨ ਸਮਰਪਿਤ ਕਰਨਾ ਪੈਣਾ। ਜਦੋਂ ਤੁਸੀਂ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੋਗੇ ਤਾਂ ਸਾਡੀਆਂ ਜਿਹੜੀਆਂ ਟੈਨਸ਼ਨਸ ਨੇ ਉਹਨਾਂ ਤੋਂ ਮੁਕਤੀ ਹੋਏਗੀ। ਇੱਥੇ ਇਸ ਜਿਹੜੇ ਸਾਡੇ ਵੈਬੀਨਾਰ ਦੇ ਵਿੱਚ ਕੁਝ ਸਾਹਿਤ ਦੇ ਵਿਦਿਆਰਥੀ ਵੀ ਜੁੜੇ ਹੋਣਗੇ, ਕਿਉਂਕਿ ਆਧੁਨਿਕ ਚਿੰਤਨ ਦੇ ਵਿੱਚ ਮੈਂ ਮਨੋਵਿਗਿਆਨ ਦੀ ਗੱਲ ਕਰਾਂ ਤਾਂ ਸਿਗਮੰਡ ਫਰਾਇਡ ਦੀ ਥਿਊਰੀ ਸਾਡੇ ਕਾਫੀ ਚਰਚਿਤ ਰਹੀ ਹੈ। ਸਿਗਮੰਡ ਫਰਾਇਡ ਕਹਿੰਦਾ ਕਿ ਜਿਹੜਾ ਧਰਮ ਹੈ ਇਹ ਇੱਕ ਤਰੀਕੇ ਦੇ ਨਾਲ ਮਨੁੱਖ ਦੇ ਉੱਤੇ ਦਬਾਅ ਦਾ ਕੰਮ ਕਰਦਾ, ਜਾਂ ਦਾਬੇ ਦੇ ਵਿੱਚ ਰਹਿਣ ਕਰਕੇ ਮਨੁੱਖ ਸੁਖੀ ਜਾਂ ਸ਼ਾਂਤ ਨਹੀਂ ਰਹਿੰਦਾ। ਪਰੰਤੂ ਜੇ ਤੁਸੀਂ ਗੁਰਬਾਣੀ ਦੇ ਰੈਫਰੈਂਸ ਦੇ ਨਾਲ ਦੇਖੋਗੇ ਤਾਂ ਇੱਥੇ ਧਰਮ ਦਬਾਅ ਨਹੀਂ ਹੈ, ਧਰਮ ਸਮਰਪਣ ਹੈ, ਧਰਮ ਸਨਮੁਖ ਹੋਣਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਕਿ ਜਿਹੜਾ ਸਿੱਖ ਹੈ ਜਦੋਂ ਗੁਰੂ ਦੇ ਅੱਗੇ ਸਨਮੁਖ ਹੁੰਦਾ, ਸਨਮੁਖ ਹੋਣ ਦੇ ਲਈ ਸਵੈ ਇੱਛਤ ਗੁਲਾਮੀ ਹੈ। ਜਦੋਂ ਅਸੀਂ ਆਪਣਾ ਆਪ ਗੁਰੂ ਅੱਗੇ ਸੌਂਪ ਦਿੰਦੇ ਹਾਂ ਸਵੈ ਇੱਛਾ ਦੇ ਤੌਰ ਤੇ, ਤਾਂ ਮਨੁੱਖ ਹਰ ਕਿਸਮ ਦੀ ਟੈਨਸ਼ਨ ਤੋਂ ਦੂਰ ਹੋ ਸਕਦਾ ਹੈ। ਇਸੇ ਕਰਕੇ ਗੁਰੂ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਆ ਕਿ ਜੇ ਭਾਈ ਤੇਰੇ ਨਾਲ ਅਕਾਲ ਪੁਰਖ ਹੈ, ਸੱਚੇ ਪਾਤਸ਼ਾਹ ਜਿਹਨੇ ਤੈਨੂੰ ਜਨਮ ਦਿੱਤਾ ਹੈ, ਜਿਸਨੇ ਤੇਰੇ ਅੰਦਰ ਜੋਤ ਰੱਖੀ ਹੈ, ਤਾਂ ਤੂੰ ਜੱਗ ਤੇ ਆਇਆ, ਤੈਨੂੰ ਫਿਰ ਆਪਣੀ ਕਿਸੇ ਕਿਸਮ ਦੀ ਜਿਹੜੀ ਟੈਨਸ਼ਨ ਜਾਂ ਚਿੰਤਾ ਰੱਖਣ ਦੀ ਲੋੜ ਨਹੀਂ ਹੈ। ਤੇ ਜਦੋਂ ਅਸੀਂ ਆਪਣਾ ਆਪ ਗੁਰੂ ਅੱਗੇ ਸਮਰਪਿਤ ਕਰ ਦੇਵਾਂਗੇ ਤਾਂ ਸਾਡੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਦੂਰ ਹੋਣਗੀਆਂ। ਪਰੰਤੂ ਗੁਰੂ ਮਹਾਰਾਜ ਕਹਿੰਦੇ ਕਿ ਮਨੁੱਖ ਦਾ ਜਿਹੜਾ ਮਨ ਹੈ ਇਹ ਚੰਚਲ ਹੈ, ਔਰ ਚਤਰਾਈ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਤੇ ਜੇਕਰ ਜਿਹੜੇ ਲੋਕ ਬਾਹਰੋਂ ਨਿਰਮਲ ਨੇ ਪਰੰਤੂ ਅੰਦਰੋਂ ਨਿਰਮਲ ਨਹੀਂ ਹੁੰਦੇ, ਉਹ ਵੀ ਉਸ ਪਰਮਾਤਮਾ ਜਾਂ ਉਸ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ। ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਕੋਈ ਗੁਰੂ ਦੇ ਅੱਗੇ ਸਨਮੁਖ ਹੋਏਗਾ ਤੇ ਗੁਰੂ ਦੇ ਅੱਗੇ ਸਨਮੁਖ ਹੋਣ ਵਾਲਾ ਬੰਦਾ ਕੀ ਕਰੇਗਾ ਕਿ ਗੁਰੂ ਮਹਾਰਾਜ ਜੀ ਕਹਿੰਦੇ ਕਿ ਆਪਣਾ ਤਨ ਮਨ ਧਨ ਸੌਂਪ ਗੁਰ ਕੋ। ਜੇ ਗੁਰੂ ਦੇ ਅੱਗੇ ਆਪਣਾ ਤਨ ਮਨ ਤੇ ਧਨ ਸਾਰਾ ਕੁਝ ਗੁਰੂ ਦੇ ਅੱਗੇ ਅਸੀਂ ਸਮਰਪਿਤ ਕਰ ਦੇਵਾਂਗੇ ਤਾਂ ਅਜਿਹਾ ਜਿਹੜਾ ਮਨੁੱਖ ਹੈ ਉਹ ਆਪਣੀਆਂ ਜਿਹੜੀਆਂ ਜੂਨੀਆਂ ਦੇ ਉੱਤੋਂ ਆਪਣੀ ਮੁਕਤੀ ਪਾ ਲਏਗਾ। ਤੇ ਜਿਹੜੇ ਗੁਰੂ ਅੱਗੇ ਸਨਮੁਖ ਨਹੀਂ ਹੁੰਦੇ ਉਹ ਵੱਖ-ਵੱਖ ਜੂਨੀਆਂ ਦੇ ਵਿੱਚ ਭਟਕਦੇ ਰਹਿੰਦੇ ਨੇ। ਸੋ ਗੁਰੂ ਅਮਰਦਾਸ ਜੀ ਨੇ ਸਾਨੂੰ ਆਮ ਤੌਰ ਤੇ ਅੱਜ ਕੱਲ੍ਹ ਨੌਜਵਾਨ ਇਹ ਵੀ ਪੁੱਛ ਲੈਂਦੇ ਨੇ, ਸਵਾਲ ਕਰਦੇ ਨੇ ਕਿ ਸਿੱਖ ਦੀ ਡੈਫੀਨੇਸ਼ਨ ਕੀ ਹੈ। ਗੁਰੂ ਅਮਰਦਾਸ ਜੀ ਨੇ ਇਸ ਬਾਣੀ ਦੇ ਵਿੱਚ ਸਾਨੂੰ ਸੱਚੇ ਸਿੱਖ ਦੀ ਡੈਫੀਨੇਸ਼ਨ ਦੱਸੀ ਹੈ ਕਿ ਸਿੱਖ ਉਹ ਹੈ ਜਿਹੜਾ ਗੁਰੂ ਦੇ ਅੱਗੇ ਸਮਰਪਿਤ ਹੈ, ਗੁਰੂ ਦੇ ਆਗਿਆ ਦੇ ਵਿੱਚ ਰਹਿੰਦਾ ਹੈ,
ਗੁਰੂ ਤੋਂ ਗਿਆਨ ਪ੍ਰਾਪਤ ਕਰਦਾ ਹੈ, ਗੁਰੂ ਦੇ ਆਸੇ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ। ਸੋ ਜਦੋਂ ਗੁਰੂ ਮਹਾਰਾਜ ਕਹਿੰਦੇ ਕਿ ਜਦੋਂ ਤੁਸੀਂ ਗੁਰੂ ਦੇ ਆਸੇ ਦੇ ਮੁਤਾਬਕ ਜੀਵਨ ਬਤੀਤ ਕਰੋਗੇ ਤਾਂ ਮਨੁੱਖ ਦੀਆਂ ਜਿਹੜੀਆਂ ਚਿੰਤਾਵਾਂ ਨੇ, ਜਿਸ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਰਹੇ, ਥੋੜਾ ਹੋਰ ਡਿਟੇਲ ਚ ਗੱਲ ਕਰੀਏ ਮਹਾਰਾਜ ਦੀ ਬਾਣੀ ਦੇ ਹਵਾਲੇ ਦੇ ਨਾਲ। ਮਹਾਰਾਜ ਕਹਿੰਦੇ ਕਿ ਮਾਤਾ ਕੇ ਉਦਰ ਮੈਂ ਪਿਰਤਪਾਲ ਕਰੇ ਸਿਉ ਕੋ ਮਨੋ ਵਸਾਰੀ ਹੈ। ਆਪਾਂ ਇੱਕੋ ਹੀ ਗੱਲ ਯਾਦ ਕਰ ਲਈਏ ਕਿ ਜਿਸ ਨੇ ਸਾਨੂੰ ਮਾਤਾ ਦੇ ਉਦਰ ਦੇ ਵਿੱਚ ਸਾਡੀ ਪਾਲਣ ਪੋਸ਼ਣ ਜਾਂ ਸਾਨੂੰ ਜਿੰਦਾ ਰੱਖਿਆ ਹੈ, ਅੱਜ ਦੇ ਜੀਵਨ ਦੇ ਵਿੱਚ ਮਨੁੱਖ ਟੈਨਸ਼ਨ ਦੇ ਵਿੱਚ ਕਿਉਂ ਹੈ? ਜੇਕਰ ਮਨੁੱਖ ਦੀ ਆਪਾਂ ਸਭ ਤੋਂ ਵੱਡੀ ਟੈਨਸ਼ਨ ਕੀ ਹੈ, ਜੇ ਤੁਸੀਂ ਹਸਪੀਟਲ ਦੇ ਵਿੱਚ ਜਾਓ, ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਨਾਲ ਗੱਲ ਕਰੋ ਤਾਂ ਹਰ ਇੱਕ ਨੂੰ ਇਹੀ ਟੈਨਸ਼ਨ ਰਹਿੰਦੀ ਹੈ, ਕਿਤੇ ਮੈਂ ਮਰ ਨਾ ਜਾਵਾਂ, ਮੈਨੂੰ ਕੁਝ ਹੋ ਨਾ ਜਾਵੇ। ਆਪਣੇ ਭਵਿੱਖ ਨੂੰ ਲੈ ਕੇ ਲੋਕ ਜ਼ਿਆਦਾ ਚਿੰਤਤ ਨੇ। ਤੇ ਗੁਰੂ ਮਹਾਰਾਜ ਕਹਿੰਦੇ ਕਿ ਜੇਕਰ ਜਿਹੜਾ ਪਰਮਾਤਮਾ ਜਿਸ ਨੂੰ ਮਾਤਾ ਦੇ ਉਦਰ ਦੇ ਵਿੱਚ ਵੀ ਜਿਹੜਾ ਸਾਨੂੰ ਪਿਰਤਪਾਲ ਕਰਦਾ ਸੀ, ਉਹਨੂੰ ਅਸੀਂ ਮਨੋ ਕਿਉਂ ਵਸਾਰੀਏ? ਮਨੋ ਕੇ ਵਸਾਰੀ ਇਹ ਵਡਦਾਤਾ ਜੋ ਅਗਨ ਹੈ ਆਹਰ ਪਹੁੰਚਾਵੇ। ਇਹ ਮੈਡੀਕਲ ਸਾਇੰਸ ਵੀ ਦੱਸਦੀ ਹੈ ਕਿ ਮਾਤਾ ਦੇ ਜਿਹੜਾ ਉਦਰ ਦੇ ਵਿੱਚ ਇੱਕ ਕਿਸਮ ਦੀ ਅਗਨੀ ਹੈ। ਸੋ ਗੁਰੂ ਮਹਾਰਾਜ ਨੇ ਅਗਨੀ ਨੂੰ ਵੀ ਕਿਹਾ ਕਿ ਜਿਸ ਤਰ੍ਹਾਂ ਦੀ ਅਗਨੀ ਅੰਦਰ ਹੈ ਤੇ ਉਸ ਕਿਸਮ ਦੀ ਅਗਨੀ ਬਾਹਰ ਹੈ। ਸੋ ਇਸੇ ਅਗਨੀ ਦੇ ਕੰਟੈਕਸਟ ਦੇ ਨਾਲ ਜਦੋਂ ਅਸੀਂ ਮਾਇਆ ਦੀ ਗੱਲ ਕਰਦੇ ਹਾਂ ਕਿ ਇਹ ਮਾਇਆ ਇੱਕੋ ਜਿਹੀ ਹੈ। ਅੱਜ ਅਸੀਂ ਮਾਇਆ ਦੇ ਇੱਕ ਬਹੁਤ ਹੀ ਭਿਆਨਕ ਰੂਪ ਕੈਪੀਟਲ ਏ ਦੇ ਵਿੱਚ ਰਹਿ ਰਹੇ ਹਾਂ। ਸਾਡੇ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਕੈਪੀਟਲ ਗੇਨ ਬਣ ਗਿਆ। ਜਦੋਂ ਅਸੀਂ ਕੈਪੀਟਲ ਗੇਨ ਦੇ ਨਾਲ ਆਪਣਾ ਜੀਵਨ ਬਤੀਤ ਕਰਾਂਗੇ ਤਾਂ ਸਾਡੇ ਜਿਹੜੇ ਸਮਾਜਿਕ ਰਿਸ਼ਤੇ, ਸਾਡੀ ਜਿਹੜੀ ਅਧਿਆਤਮਕਤਾ, ਇਹ ਆਪਣੇ ਆਪ ਵਿੱਚ ਗਵਾਚ ਜਾਏਗੀ। ਸਾਡਾ ਜਿਹੜਾ ਜੀਵਨ ਹੈ ਕੈਪੀਟਲ ਮੁਖੀ ਹੋਣ ਦੇ ਨਾਲ, ਮਾਇਆ ਮੁਖੀ ਹੋਣ ਦੇ ਨਾਲ ਸਾਡੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਨਾ ਕੇਵਲ ਸਾਡੇ ਨਿੱਜੀ ਜੀਵਨ ਦੇ ਵਿੱਚ ਬਲਕਿ ਸਾਡੇ ਮੁਲਕ ਦੇ ਵਿੱਚ ਜਾਂ ਮੁਲਕ ਤੋਂ ਪਾਰ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੀਆਂ ਚਿੰਤਾਵਾਂ ਦਾ ਕਾਰਨ ਇਹੀ ਹੈ ਕਿ ਮਨੁੱਖ ਆਪਣੀ ਗੱਲ ਭੁੱਲ ਗਿਆ ਕਿ ਗੁਰੂ ਮਹਾਰਾਜ ਕਹਿੰਦੇ ਕਿ ਜਿਹੜੇ ਹਰ ਨੇ ਜਾਂ ਹਰੀ ਨੇ, ਪਰਮਾਤਮਾ ਨੇ ਜੇ ਤੇਰੇ ਅੰਦਰ ਜੋਤ ਰੱਖੀ ਹੈ ਤਾਂ ਤੂੰ ਜੱਗ ਦੇ ਵਿੱਚ ਆਇਆ। ਪਰੰਤੂ ਆਪਾਂ ਦੇਖੀਏ ਕਿ ਜਿਹੜਾ ਆਧੁਨਿਕ ਮਨੁੱਖ ਹੈ ਉਹ ਇਸ ਸੱਚ ਤੋਂ ਕਿਨਾਰਾ ਕਰਕੇ ਆਪਣੇ ਸਿਰਜੇ ਸੱਚ ਮੁਤਾਬਕ ਆਪਣੇ ਸਵੈ ਨੂੰ ਸੱਚ ਮੰਨਣ ਲੱਗ ਪਿਆ। ਅਸੀਂ ਮਾਡਰਨ ਥਿਓਰੀਜ਼ ਦੀ ਗੱਲ ਕਰੀਏ, ਮਾਡਰਨ ਸਕਾਲਰਸ ਨੇ ਹਰ ਗੱਲ ਨੂੰ ਅਸੀਂ ਰੈਸ਼ਨਲ ਗਰਾਊਂਡ ਤੇ ਸਮਝਣ ਦਾ ਯਤਨ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਆਧੁਨਿਕਤਾ ਨੇ ਸਾਨੂੰ ਇੱਕ ਅਜਿਹਾ ਜੀਵਨ ਮਾਡਲ ਦਿੱਤਾ ਹੈ ਜਿਹੜਾ ਮਟੀਰੀਅਲਿਸਟਿਕ ਹੈ। ਇਸੇ ਕਰਕੇ ਜਿਹੜੇ ਆਧੁਨਿਕ ਚਿੰਤਨ ਨੂੰ ਆਮ ਤੌਰ ਤੇ, ਕਿਉਂਕਿ ਫਿਜ਼ਿਕਸ ਤੋਂ ਡਿਵੈਲਪ ਹੋਇਆ, ਇਸ ਨੂੰ ਮਟੀਰੀਅਲਿਸਟਿਕ ਕਿਹਾ ਜਾਂਦਾ ਹੈ। ਤੇ ਜੇ ਮੈਟਰ ਤੋਂ ਹੈ ਤਾਂ ਮੈਟਰ ਨੂੰ ਮਰਦਾਊ ਚਿੰਤਨ ਵੀ ਕਿਹਾ ਜਾਂਦਾ ਕਿ ਇੱਕ ਜਿਹੜਾ ਮਰਦ ਦਾ ਚਿੰਤਨ ਹੈ। ਜਦੋਂ ਮਰਦ ਦਾ ਚਿੰਤਨ ਹੈ ਤਾਂ ਡੋਮੀਨੇਸ਼ਨ ਇਹਦੇ ਵਿੱਚ ਆਏਗੀ। ਜਿਹੜਾ ਕੈਪੀਟਲ ਸਿਸਟਮ ਹੈ ਜਾਂ ਮਾਡਰਨ ਸਿਸਟਮ ਹੈ ਇਹ ਮਨੁੱਖ ਦੇ ਉੱਤੇ ਇੱਕ ਕਿਸਮ ਦੇ ਦਾਅਵੇ ਵਾਲਾ, ਉਹ ਭਾਵੇਂ ਪੋਲੀਟੀਕਲ ਹੈ, ਇਕਨੋਮਿਕ ਹੈ ਜਾਂ ਕਲਚਰ ਹੈ, ਜਿਹੜੀ ਇਸ ਕਿਸਮ ਦੀ ਹੈਜਮਨੀ ਸਾਡੇ ਉੱਪਰ ਮਨੁੱਖਾਂ ਦੇ ਉੱਤੇ ਅੱਜ ਪ੍ਰਭਾਵਿਤ ਕਰ ਰਹੀ ਹੈ ਜੀਵਨ ਨੂੰ। ਮਨੁੱਖ ਇੱਕ ਕਿਸਮ ਦਾ ਆਪਾਂ ਕਹੀਏ ਕਿ ਉਹਦਾ ਜਿਹੜਾ ਜੀਵਨ ਦੀ ਜਿਹੜੀ ਮੌਲਿਕਤਾ ਹੈ, ਉਹਦੇ ਜਿਹੜੇ ਜੀਵਨ ਦੇ ਮੌਲਣ ਹੈ ਜਾਂ ਜਿਹੜੇ ਜੀਵਨ ਨੇ ਉਸਨੇ ਗਾਉਣਾ, ਜਿਹੜਾ ਗੁਰੂ ਮਹਾਰਾਜ ਨੇ ਇਸ ਆਨੰਦ ਬਾਣੀ ਦੇ ਵਿੱਚ ਦੱਸਿਆ ਕਿ ਜੇਕਰ ਪਰਮਾਤਮਾ ਤੁਹਾਡੇ ਨਾਲ ਹੋਏਗਾ ਤਾਂ ਤੁਹਾਡੇ ਉਹ ਬਾਜੇ ਜਿਹੜੇ ਸ਼ਬਦ ਵੱਜੇਗਾ ਤੇ ਚਿੱਤੇ ਪੈਰ ਤੁਹਾਨੂੰ ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸੰਗੀਤਕ ਧੁਨਾਂ ਸੁਣਾਈ ਦੇਣਗੀਆਂ। ਤੇ ਉਹ ਇਸ ਕਿਸਮ ਦਾ ਜਿਹੜਾ ਵਾਤਾਵਰਨ ਹੈ ਅੱਜ ਦੇ ਮਨੁੱਖ ਦੇ ਜੀਵਨ ਦੇ ਵਿੱਚੋਂ ਗਵਾ ਚੁੱਕਿਆ। ਇਹਦਾ ਅਲਟਰਨੇਟਿਵ ਦੇ ਤੌਰ ਤੇ ਜਿਹੜਾ ਇੱਕ ਚਿੰਤਨ ਆਇਆ ਉਹਨੂੰ ਆਮ ਤੌਰ ਤੇ ਅਸੀਂ ਨਾਰੀਵਾਦੀ ਚਿੰਤਨ ਦੇ ਤੌਰ ਤੇ ਜਾਣਦੇ ਹਾਂ। ਨਾਰੀਵਾਦੀ ਚਿੰਤਨ ਨੇ ਕੀ ਕਰ ਦਿੱਤਾ ਕਿ ਜਿਹੜਾ ਮਰਦਾਊ ਚਿੰਤਨ ਹੈ ਇਹਦੇ ਬਿਲਕੁਲ ਉਲਟ ਪਾਸੇ ਤੋਂ ਜ਼ਿੰਦਗੀ ਨੂੰ ਅਰਥ ਦੇਣੇ ਸ਼ੁਰੂ ਕਰ ਦਿੱਤੇ। ਦੋ ਤਰ੍ਹਾਂ ਦਾ, ਮਤਲਬ ਜੇ ਆਪਾਂ ਗੱਲ ਕਰੀਏ ਕਿ ਦੋ ਤਰ੍ਹਾਂ ਦਾ ਸਾਡੇ ਸਾਹਮਣੇ ਮਾਡਲ ਨੇ, ਇੱਕ ਮਟੀਰੀਅਲਿਸਟਿਕ ਲਾਈਫ ਤੋਂ ਬਿਲਕੁਲ ਸਪਿਰਿਚੁਅਲ ਲਾਈਫ ਵੱਲ, ਜਾਂ ਮਰਦਾਊ ਤੋਂ ਬਿਲਕੁਲ ਨਾਰੀਵਾਦੀ ਚਿੰਤਨ, ਦੂਸਰੇ ਸਿਰੇ ਤੇ ਜਾਣ ਵਾਲਾ ਚਿੰਤਨ। ਪਰੰਤੂ ਗੁਰੂ ਮਹਾਰਾਜ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਜਿਹੜਾ ਉਹ ਪਰਮਾਤਮਾ ਹੈ ਉਹ ਉਸਨੂੰ ਅਸੀਂ
ਨਾਰੀ ਜਾਂ ਮਰਦ ਦੇ ਵਿੱਚ ਨਹੀਂ ਬਣ ਸਕਦੇ। ਹਰ ਆਪੇ ਮਾਤਾ ਤੇ ਆਪੇ ਪਿਤਾ ਹੈ। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ। ਜੇ ਅਸੀਂ ਰਿਲੀਜੀਅਸ ਸਟੱਡੀ ਦੇ ਵਿੱਚ ਦੇਖੀਏ ਕ੍ਰਿਸਚੈਨਿਟੀ ਦੇ ਉੱਤੇ, ਕਿਉਂਕਿ ਉੱਥੇ ਟ੍ਰਿਨਿਟੀ ਹੈ, ਮਤਲਬ ਫਾਦਰ ਵਾਲੀ, ਗੋਡ ਫਾਦਰ ਤੇ ਸਪਿਰਿਟ, ਉੱਥੇ ਕੁਐਸਚਨ ਕੀਤਾ ਜਾਂਦਾ ਹੈ ਕਿ ਫਾਦਰ ਸਨ ਤਾਂ ਹੈ, ਫਾਦਰ ਡਾਟਰ ਦਾ ਜਿਹੜਾ ਰਿਲੇਸ਼ਨਸ਼ਿਪ ਤੁਹਾਡੇ ਕੋਲੇ ਨਹੀਂ ਹੈ, ਜਾਂ ਇੱਕ ਜਿਹੜੀ ਫੀਮੇਲ ਇੰਟਰਪ੍ਰੀਟੇਸ਼ਨ ਆਫ ਗੋਡ ਸਾਡੇ ਕੋਲੇ ਨਹੀਂ ਹੈ। ਪਰੰਤੂ ਗੁਰੂ ਮਹਾਰਾਜ ਨੇ, ਗੁਰੂ ਅਮਰਦਾਸ ਜੀ ਨੇ ਤਾਂ ਇਹੀ ਗੱਲ ਕਰ ਦਿੱਤੀ ਕਿ ਜਿਹੜਾ ਹਰ ਹੈ ਉਹ ਮਾਤਾ ਪਿਤਾ, ਭਾਵ ਉਹਦੇ ਵਿੱਚ ਉਹ ਦੋਨੋਂ ਗੁਣ ਨੇ, ਉਹਨੂੰ ਅਸੀਂ ਇਕੱਲੇ ਇੱਕ ਪੱਖ ਤੋਂ ਉਸ ਪਰਮਾਤਮਾ ਦੀ ਵਿਆਖਿਆ ਨਹੀਂ ਕਰ ਸਕਦੇ। ਸੋ ਇੱਕ ਜਿਹੜੀ ਜਦੋਂ ਅਸੀਂ ਅਧਿਆਤਮਿਕ ਪੱਖ ਤੋਂ ਹੋਰ ਗੱਲ ਦੇਖਾਂਗੇ ਤੇ ਗੁਰੂ ਮਹਾਰਾਜ ਨੇ ਸਾਨੂੰ 10ਵੇਂ ਦਵਾਰ ਦੀ ਗੱਲ ਕੀਤੀ ਹੈ ਕਿ ਜਿਹੜੇ ਜਦੋਂ ਗੁਰੂ ਮਹਾਰਾਜ ਕਹਿੰਦੇ ਆ ਕਿ 9 ਜਿਹੜੇ ਦਰਵਾਜ਼ੇ ਨੇ ਉਹ ਪ੍ਰਗਟ ਕੀ ਹੈ, 10ਵਾਂ ਗੁਪਤ ਰਖਾਇਆ, ਤੇ ਜਿਹੜਾ ਉਹ ਗੁਪਤ ਦਰਵਾਜ਼ਾ ਹੈ ਉਹਦੇ ਤੱਕ ਸਾਡੀ ਪਹੁੰਚ ਕਿੱਦਾਂ ਹੋਏਗੀ? ਉਹਦੇ ਤੱਕ ਪਹੁੰਚ ਗੁਰੂ ਮਹਾਰਾਜ ਦੇ ਲੜ ਲੱਗਣ ਦੇ ਨਾਲ, ਗੁਰੂ ਮਹਾਰਾਜ ਦੇ ਗਿਆਨ ਦੇ ਨਾਲ ਹੋਏਗੀ। ਸੋ ਇਹ ਗਿਆਨ ਦਾ ਜਿਹੜਾ ਮੂਲ ਹੈ, ਤੇ ਗੁਰੂ ਮਹਾਰਾਜ ਨੇ ਮਨ ਨੂੰ ਸਮਝਾਉਣ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੋ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਹਰ ਨੂੰ, ਪਰਮਾਤਮਾ ਨੂੰ ਆਪਣੇ ਨਾਲ ਮੰਨ ਕੇ ਮਨੁੱਖ ਗੁਰਮਤਿ ਦੇ ਅਨੁਸਾਰ ਜੀਵਨ ਦੇ ਰੰਗ ਮਾਣ ਸਕਦਾ ਹੈ। ਕਹਿਣ ਦਾ ਭਾਵ ਕਿ ਆਪਣੇ ਮੂਲ ਨੂੰ ਪਛਾਣਨ ਦੇ ਨਾਲ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ। ਤੇ ਇਹ ਸੋਝੀ ਦੇ ਨਾਲ ਜੀਵਨ ਦੇ ਵਿੱਚ ਭਲਾ ਕੀ ਹੁੰਦਾ ਹੈ? ਤੇ ਗੁਰੂ ਮਹਾਰਾਜ ਆਨੰਦ ਸਾਹਿਬ ਦੀ ਅੰਤਮ ਜਿਹੜੀ ਪੌੜੀ ਹੈ, ਜਿਸ ਤਰ੍ਹਾਂ ਆਪਾਂ ਹਰ ਗੱਲ ਦੀ ਸਮਾਪਤੀ, ਗੁਰੂ ਮਹਾਰਾਜ ਮਤਲਬ ਜਦੋਂ ਪਾਠ ਦੀ ਸਮਾਪਤੀ ਦੇ ਵਿੱਚ 6 ਪੌੜੀਆਂ ਦਾ ਪਾਠ ਕੀਤਾ ਜਾਂਦਾ, ਤੇ ਅੰਤਮ ਪੌੜੀ ਦਾ ਪਾਠ ਦੇ ਨਾਲ ਹੀ ਮੈਂ ਆਪਣੇ ਇਸ ਭਾਸ਼ਣ ਦੀ ਸਮਾਪਤੀ ਕਰਾਂਗਾ। ਤੇ ਆਪਾਂ ਸਾਰੇ ਹੀ ਰਲ ਕੇ ਪਾਠ ਕਰੀਏ, ਮਹਾਰਾਜ ਨੂੰ ਯਾਦ ਕਰੀਏ। ਸੋ ਗੁਰੂ ਮਹਾਰਾਜ ਕਹਿੰਦੇ ਕਿ ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਜਣ ਭੈ ਸਰਸੇ, ਪੂਰੇ ਗੁਰ ਤੇ ਜਾਣੇ, ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਅਨਹਦ ਨਾਦ ਦੇ ਵਾਜੇ ਸਾਡੇ ਸਭ ਦੇ ਜੀਵਨ ਦੇ ਵਿੱਚ ਵੱਜਦੇ ਰਹਿਣ। ਗੁਰੂ ਮਹਾਰਾਜ ਸਾਡੇ ਉੱਤੇ ਕਿਰਪਾ ਕਰਨ, ਅਸੀਂ ਗੁਰੂ ਮਹਾਰਾਜ ਤੋਂ ਸੇਧ ਲਈਏ, ਬਾਣੀ ਦੇ ਇਕੱਲੇ ਪਾਠ ਤੱਕ ਸੀਮਤ ਨਾ ਰਹਿੰਦੇ ਹੋਏ ਇਸ ਬਾਣੀ ਦੀਆਂ ਅੰਤਰ ਦ੍ਰਿਸ਼ਟੀਆਂ ਨੂੰ ਸਮਝਣ ਦਾ ਯਤਨ ਕਰੀਏ, ਔਰ ਆਪਣੇ ਜੀਵਨ ਦੇ ਵਿੱਚ ਗੁਰੂ ਮਹਾਰਾਜ ਦੇ ਸੰਦੇਸ਼ ਨੂੰ ਉਤਾਰੀਏ। ਗੁਰੂ ਮਹਾਰਾਜ ਤੋਂ ਓਟ ਆਸਰਾ ਲੈ ਕੇ ਜੀਵਨ ਦੀਆਂ ਖੁਸ਼ੀਆਂ, ਆਨੰਦ ਦੀ ਪ੍ਰਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ